ਹਜ਼ੂਰੀ ਵਿੱਚ ਸਭਾਏਮਾਨ ਸਾਧ ਸੰਗਤ ਬਿਰਤੀਆਂ ਨੂੰ ਇਕਾਗਰ ਕਰੀਏ। ਜੋ ਗੁਰੂ ਦਾ ਹੁਕਮ ਹੈ ਸਾਵਧਾਨ ਇਕਾਗਰ ਚੀਤ। ਜੋ ਗੁਰੂ ਦੀ ਕਥਾ ਸੁਣਨ ਵਾਸਤੇ ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਸੁਣਨ ਦੇ ਨਾਲ ਹੀ ਅਸੀਂ ਲਾਹੇ ਪ੍ਰਾਪਤ ਕਰ ਸਕਦੇ ਹਾਂ। ਸਭ ਤੋਂ ਪਹਿਲੇ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਨਮਸਕਾਰ ਕਰੀਏ। ਰਸਨਾ ਨੂੰ ਪਵਿੱਤਰ ਕਰੀਏ ਗੁਰੂ ਮੰਤਰ ਦਾ ਜਾਪ ਕਰਕੇ। ਕੋਈ ਐਸੀ ਰਸਨਾ ਨਾ ਹੋਵੇ ਜਿਹੜੀ ਗੁਰੂ ਮੰਤਰ ਤੋਂ ਵਾਂਝੀ ਰਹਿ ਜਾਏ। ਆਓ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਰਸਨਾ ਨੂੰ ਕਰੀਏ ਪਵਿੱਤਰ ਜੀ। ਜਪੋ ਵਾਹਿਗੁਰੂ 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 ਵਾਹਿਗੁਰੂ। ਸਰਵਣ ਕਰੀਏ ਜੀ। ਇਹ ਹੈ ਮੰਗਲਾਚਰਨ। ਜਦੋਂ ਵੀ ਕੋਈ ਗ੍ਰੰਥ ਦੀ ਰਚਨਾ ਕੀਤੀ ਜਾਂਦੀ ਹੈ, ਜੋ ਉਸ ਨੂੰ ਰਚਣ ਵਾਲਾ ਹੈ ਉਹ ਸਭ ਤੋਂ ਪਹਿਲੇ ਇੱਕ ਪਰਮਾਤਮਾ ਦਾ ਆਸਰਾ ਲੈਂਦਾ ਹੈ। ਓਂਕਾਰ ਜੋ ਸਭ ਦੇ ਵਿੱਚ ਵਿਆਪਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ, ਉਸ ਦਾ ਆਸਰਾ ਲੈ ਕੇ ਹੀ ਹਰ ਕਾਰਜ ਨੂੰ ਆਰੰਭ ਕੀਤਾ ਜਾਂਦਾ ਹੈ। ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਭਾਵ ਹੈ ਕਿਰਪਾ। ਕਈ ਵਾਰ ਆਪਾਂ ਨਾ ਵਿਚਾਰ ਤੋਂ ਕਰਕੇ ਇਸ ਨੂੰ ਪ੍ਰਸ਼ਾਦ ਵੀ ਕਹਿ ਜਾਂਦੇ ਹਾਂ। ਪ੍ਰਸ਼ਾਦ ਤਾਂ ਪ੍ਰਸ਼ਾਦਿਆਂ ਦਾ ਨਾਮ ਹੈ। ਛਕਣ ਵਾਲੀ ਵਸਤੂ ਦਾ ਨਾਮ ਹੈ ਪ੍ਰਸ਼ਾਦ। ਤੇ ਪ੍ਰਸਾਦ ਜਿਹੜਾ ਹੈ ਉਹ ਕਿਰਪਾ, ਬਖਸ਼ਿਸ਼, ਮਿਹਰ। ਕਵੀ ਜਨ ਇਹ ਜੋ ਪੂਰਨਮਾਸ਼ੀ ਦਾ ਗ੍ਰੰਥ ਰਚ ਰਹੇ ਨੇ, ਜਿਸ ਵਿੱਚ ਪੁੰਨਿਆਂ ਦੀ ਕਥਾ ਹੈ ਪੂਰਨਮਾਸ਼ੀ ਦੇ ਦਿਹਾੜੇ ਦੀ, ਇਸ ਦੀ ਰਚਨਾ ਕਰਨ ਤੋਂ ਪਹਿਲੇ ਜੋ ਇੱਕ ਵਾਹਿਗੁਰੂ ਅਕਾਲ ਪੁਰਖ ਹੈ, ਓਂਕਾਰ ਸਭ ਦੇ ਵਿੱਚ ਵਿਆਪਕ ਹੈ, ਉਸ ਦੀ ਜਿਹੜੀ ਪ੍ਰਾਪਤੀ ਹੈ ਨਾ ਉਹ ਸਤਿਗੁਰੂ ਬਿਨਾਂ ਨਹੀਂ ਹੁੰਦੀ। ਤਾਂ ਹੀ ਗੁਰੂ ਜੀ ਕਹਿੰਦੇ ਆ ਨਾ, ਬਲਹਾਰੀ ਗੁਰ ਆਪਣੇ ਦੁਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਸਤਿਗੁਰੂ ਜੀ ਕਹਿੰਦੇ ਆਪਾਂ ਆਪਣੇ ਗੁਰੂ ਤੋਂ ਬਲਹਾਰ ਜਾਈਏ। ਦੁਹਾੜੀ ਦੇ ਵਿੱਚ ਸਾਧਵਾਰ ਕਈ ਵਾਰ ਹੀ ਉਸ ਤੋਂ ਬਲਹਾਰਨੇ ਜਾਈਏ, ਕਿਉਂਕਿ ਉਸਨੇ ਸਾਨੂੰ ਮਨੁੱਖ ਤੋਂ ਦੇਵਤਾ ਰੂਪ ਕਰ ਦਿੱਤਾ ਹੈ। ਹੁਣ ਗੁਰੂ ਦੀ ਸ਼ਰਨ ਵਿੱਚ ਆਪਾਂ ਜਿਹੜੇ ਆਏ ਹਾਂ, ਗੁਰੂ ਨੂੰ ਨਮਸਕਾਰ ਕੀਤੀ ਹੈ, ਗੁਰੂ ਦੀ ਗੁਰਬਾਣੀ ਸੁਣ ਰਹੇ ਹਾਂ, ਕਥਾ ਸੁਣ ਰਹੇ ਹਾਂ, ਸੇਵਾ ਕਰ ਰਹੇ ਹਾਂ।
ये देवतियां वाले कर्म ने। ये जदों गुरु की बख्शिश होंदी है ना, तो गुरु की शरण विच आके ही ये कर्म प्राप्त होंदे ने। गुरु की सेवा करनी, संगत की सेवा करनी, गुरु का दीदारा करना, गुरु की बाणी नूं सुनना, कथा सुननी, ये देवतियां वाले कर्म ने। ते सतगुरां की बख्शिश द्वारा ही जीव का जिहड़ा है जीवन का प्रगटावा है, वो मानस तो देवता बनता है। हुण आपां सारे देवते जन हाँ। सतगुरु महाराज जी कहते ने तजो सियानप सुर जानो। सुर कहते ने देवते। सतगुरु महाराज कहते हे देव जनो, जिहड़ी अपनी सियानप है चतराई है, उन्होंने तजना करो, भाव त्यागना करो। की करो? सिमरो हर हर राय। जो हरि परमात्मा साडा मालक है, साडा करता हरता है, सानू रोजी दिंदा है, साडी प्रतिपालना करदा है, उसदा सिमरन करो। जदों सिमरन करोगे तो फिर सतगुरु महाराज कहते सिमरो सिमर सिमर सुख पावो। सुख प्राप्त होणगे। काल कलेश तन मह मिटावो। ਜਿਹੜੇ ਕਲੇ ਕਲੇਸ਼ ਨੇ ਤਨ ਵਿੱਚ ਉਹ ਸਾਰੇ ਮਿਟ ਜਾਣਗੇ ਜਦੋਂ ਅਸੀਂ ਸਿਮਰਨ ਕਰਾਂਗੇ। ਇਸ ਕਰਕੇ ਕਵੀ ਜਨ ਜੀ ਸਭ ਤੋਂ ਪਹਿਲੇ ਉਸ ਅਕਾਲ ਪੁਰਖ ਦਾ ਆਸਰਾ, ਜੋ ਕਰਤਾ ਹਰਤਾ ਹੈ, ਜੋ ਸਭ ਦੇ ਵਿੱਚ ਵਿਆਪਕ ਹੈ, ਜੋ ਸਤਿਗੁਰੂ ਹੈ, ਜਿਨਦੀ ਬਖਸ਼ਿਸ਼ ਦੁਆਰਾ ਹੀ ਇਹ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਅਰਦਾਸ ਕਰ ਰਹੇ ਨੇ कि सतगुरु जी पूर्णमासी के दिहाड़े की जिहड़ी कथा असीं आरंभ करन लगे हाँ, साडी सहायता करना, साडे अंग संग सहाई होना। श्री गुरु को नमो करो, सो हित चित लाए। दोहरा एक काव रचदा है, दो पंक्तियां का दोहरा होया करदा है। श्री का भाव है श्रोमणी श्रेष्ठ। गुरु का भाव है गो नाम अंधेरे का, रूह नाम प्रकाश का है। जो हिरदे विच अज्ञान का अंधेरा है, ते गुरु की शरण में जदों आपां आउणे, गुरु सानू ज्ञान बख्श के जिहड़ा अंधेरा है अंदर का वो दूर करता है। गो का भाव नेरा, रूह का नाम प्रकाश। जो हिरदे विचों अंधेरा दूर कर दे ते प्रकाश कर दे, सो कहिए गुरु। ये गुरु ही श्रोमणी सब तो श्रेष्ठ गुरु है। गुरु तो बिना जीव नूं सूझ नहीं आउंदी। गुरु तो बिना घोर अंधेरे दे विच रहिंदा है। गुर बिन घोर अंधार, धन गुरु ग्रंथ साहब जी दस रहे। गुर बिन समझ ना आवे, किन्ना भी कुछ सियानप ते किन्ना भी कुछ चतराइयां जानदा होवे, पर गुरु तो बिना उन्हें समझ नहीं आ सकती। गुर बिन सुरत न सिद्ध, गुरु तो बिना सुरती नहीं लगती। गुरु तो बिना सिद्धि प्राप्त नहीं होती। ते गुर बिन मुक्त ना पावे। गुरु तो बिना मुक्ति नहीं प्राप्त होंदी। जिहड़ा गुरु तो हीन जीव है, उन्होंने टेढ़ियां मेढ़ियां जूनां दे विच भड़कना पैंदा है। 84 दियां जूनां दे विचों वो छुटकारा नहीं पा सकदा। ये गुरु की किरपा होंदी है, ते तां ही जीव इस भाव सागर संसार में करता है। कवि जी सब तो श्रेष्ठ जो गुरु है, नमो का भाव है नमस्कार करना।
ਜਿਵੇਂ ਆਪਾਂ ਆਮ ਕਹਿ ਦਿੰਦੇ ਮੱਥਾ ਟੇਕਣਾ, ਤਾਂ ਨਮਸਕਾਰ ਗੁਰੂ ਦੇ ਅੱਗੇ ਸੀਸ ਮਸਤਕ ਨੂੰ ਝੁਕਾਉਣਾ। ਕਵੀ ਜੀ ਕਹਿੰਦੇ ਮੈਂ ਗੁਰੂ ਨੂੰ ਨਮਸਕਾਰ ਕਰਦਾ ਹਾਂ। ਕਰੂੰ ਸੋ ਹਿਤ ਚਿਤ ਲਾਏ, ਹਿਤ ਤੇ ਚਿੱਤ ਲਾ ਕੇ ਕਰਦਾ ਹੈ। ਕਈ ਵਾਰ ਆਪਾਂ ਗੁਰੂ ਨੂੰ ਨਮਸਕਾਰ ਕਰਦੇ ਹਾਂ ਤੇ ਆਪਣਾ ਹਿਰਦਾ ਅੰਦਰੋਂ ਸ਼ੁੱਧ ਨਹੀਂ ਹੁੰਦਾ। ਵੇਖਾ ਵੇਖੀ ਦੀ ਨਮਸਕਾਰ ਕਰਦੇ ਹਾਂ, ਪਰ ਅੰਦਰੋਂ ਸ਼ੁੱਧ ਹਿੱਤ ਤੇ ਚਿੱਤ ਲਾ ਕੇ, ਚਿੱਤ ਵੀ ਗੁਰੂ ਦੇ ਚਰਨਾਂ ਵਿੱਚ ਹੋਵੇ, ਅੰਦਰੋਂ ਹਿੱਤ ਵੀ ਗੁਰੂ ਦੇ ਚਰਨਾਂ ਵਿੱਚ ਹੋਵੇ। ਇਸ ਤਰ੍ਹਾਂ ਗੁਰੂ ਨੂੰ ਮੈਂ ਨਮਸਕਾਰ ਕਰਦਾ ਹਾਂ। ਪੂਰਨ ਕਰੋ ਗ੍ਰੰਥ ਇਹ, ਤੁਮ ਮਨ ਹੋਏ ਸਹਾਏ। ਮਨ ਦੀ ਭਾਵਨਾ ਇਹ ਹੈ ਕਿ ਇਹ ਪੂਰਨਮਾਸ਼ੀ ਦਾ ਦਿਹਾੜਾ ਹੈ ਤੇ ਪੂਰਨਮਾਸ਼ੀ ਦੇ ਦਿਹਾੜੇ ਦੀ ਕਥਾ ਇਸ ਗ੍ਰੰਥ ਵਿੱਚ ਅੰਕਿਤ ਕੀਤੀ ਗਈ ਹੈ। ਕਵੀ ਜੀ ਕਹਿੰਦੇ ਨੇ ਇਸ ਗ੍ਰੰਥ ਵਿੱਚ ਜਿਹੜੀ ਕਥਾ ਹੈ ਉਸ ਨੂੰ ਮੈਂ ਸੰਪੂਰਨ ਕਰੂੰਗਾ। ਤੇ ਗੁਰੂ ਦੇ ਅੱਗੇ ਬੇਨਤੀ ਇਹੋ ਹੀ ਹੈ ਕਿ ਗੁਰੂ ਪਾਤਸ਼ਾਹ ਜੀ ਸ਼ੁੱਧ ਬੁੱਧ ਇਕਾਗਰਤਾ ਬਖਸ਼ਿਸ਼ ਕਰਨ। ਇਹ ਜਿਹੜੀ ਕਥਾ ਹੈ ਇਹ ਗੁਰੂ ਦੀ ਬਖਸ਼ਿਸ਼ ਦੁਆਰਾ ਸੰਪੂਰਨ ਹੋ ਜਾਏ। ਦੋਹਰਾ ਸੰਮਤ 17 ਕੇ ਵਿਧੇ, 55 ਅਧਿਕਾਏ। ਕਵੀ ਜੀ ਇਤਿਹਾਸ ਦਾ ਵਰਣਨ ਕਰਦੇ, ਗੁਰ ਇਤਿਹਾਸ ਦਾ, ਕਿ ਗੁਰੂ ਕੀ ਸੰਗਤ ਜੀ ਸੰਮਤ 1700 ਤੇ ਉੱਤੇ 55 ਅਧਿਕਾਏ। ਸੰਮਤ 1755 ਸੰਮਤ ਦੇ ਕਰੀਬ ਔਰ ਆਨੰਦ ਕੇ ਬੀਚ ਮੈਂ ਸੰਗਤ ਜੁੜੀ ਸਹਾਏ। ਇਹ ਬਿਕਰਮੀ ਸੰਮਤ ਹੈ 1755 ਤੇ ਆਨੰਦਪੁਰ ਸਾਹਿਬ ਦਾ ਗੁਰ ਇਤਿਹਾਸ ਜਿਹੜਾ ਹੈ ਇਹ ਸ਼ੁਰੂਆਤ ਹੋਇਆ ਹੈ। ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ 10ਵੇਂ ਗੁਰੂ ਨਾਨਕ ਗੁਰਤਾ ਗੱਦੀ ਤੇ ਸਭਾਏਮਾਨ ਹਨ ਤੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸੰਗਤ ਸਭਾਏਮਾਨ ਹੈ। ਦੋਹਰਾ ਏਕ ਦਿਵਸ ਸ੍ਰੀ ਸਤਿਗੁਰੂ ਲਾਇਓ ਅਦਿਤ ਦੀਵਾਨ। ਕਵੀ ਜੀ ਜ਼ਿਕਰ ਕਰ ਰਹੇ ਹਨ ਗੁਰੂ ਕੀ ਸਾਧ ਸੰਗਤ, ਇੱਕ ਦਿਵਸ ਦਾ, ਇੱਕ ਦਿਨ ਦਾ ਬਚਨ ਹੈ ਕਿ ਗੁਰੂ ਜੀ ਨੇ ਅਦਕ ਦਾ ਭਾਵ ਹੈ ਬੜੇ ਸੁਚੱਜੇ ਢੰਗ ਨਾਲ ਦੀਵਾਨ ਸਜਾਇਆ ਹੈ। ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਦੀਵਾਨ ਲੱਗਦਾ ਸੀਗਾ ਉਹ ਬੜੇ ਸੁਚੱਜੇ ਢੰਗ ਦਾ ਸੀ। ਮਹਾਰਾਜ ਦਾ ਉੱਚਾ ਤਖਤ ਲੱਗ ਜਾਂਦਾ ਸੀ, ਉਸ 'ਤੇ ਚੰਦੋਆ ਲੱਗ ਜਾਂਦਾ ਸੀ ਜਿਹੜਾ ਹੀਰਿਆਂ ਜੜਤ ਸੀ, ਤੇ ਪ੍ਰਸ਼ਾਦੀ ਹਾਥੀ ਜਿਹੜਾ ਸੀ ਉਹ ਗੁਰੂ ਦੇ ਉੱਤੇ ਚੌਰ ਕਰਦਾ ਸੀ। ਇਹ ਸਤਿਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਇੱਕ ਪਾਸੇ ਸ਼ਸਤਰਧਾਰੀ ਸੂਰਮੇ ਜਿਹੜੇ ਸਨ ਉਹ ਸਜਦੇ ਸਨ, ਇੱਕ ਪਾਸੇ ਸਾਧੂ ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਤੇ ਬਿਰਤੀਆਂ ਜਿਨ੍ਹਾਂ ਦੀਆਂ ਉਸ ਅਕਾਲ ਪੁਰਖ ਨਾਲ ਜੁੜੀਆਂ ਹੁੰਦੀਆਂ ਸਨ ਉਹ ਸਜਦੇ ਸਨ। ਬੀਬੀਆਂ ਭੈਣਾਂ ਦੀ ਸੰਗਤ ਵੀ ਸਜਦੀ ਸੀ। ਇਸ ਤਰ੍ਹਾਂ ਮਹਾਰਾਜ ਦਾ ਜਿਹੜਾ ਦੀਵਾਨ ਸਜਦਾ ਸੀ ਬੜੇ ਸੁਚੱਜੇ ਢੰਗ ਦਾ। ਇੱਕ ਪਾਸੇ ਰਾਜੇ ਮਹਾਰਾਜੇ ਵੀ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਸਜਦੇ ਸਨ। ਗੁਰੂ ਮਹਾਰਾਜ ਦਾ ਜਿਹੜਾ ਦਰਬਾਰ ਸੀ ਉਹ ਰਾਜੇ ਮਹਾਰਾਜਿਆਂ ਨਾਲੋਂ ਵੀ ਉਹਦੀ ਸ਼ਾਨ ਜ਼ਿਆਦਾ ਸੀ। ਸਾਧ ਸੰਗਤ ਕਵੀ ਜੀ ਕਹਿੰਦੇ ਬੜੇ ਸੁਚੱਜੇ ਢੰਗ ਨਾਲ ਦੀਵਾਨ ਲਗਾਇਆ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੇ। ਸਿੱਖਨ ਕੋ ਉਪਦੇਸ਼ ਹੈ
ਸਤਿਗੁਰੂ ਜੀ ਸਭਾਏਮਾਨ ਹੋ ਕੇ ਗੁਰੂ ਦੇ ਸਿੱਖਾਂ ਨੂੰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ। ਗਿਆਨ ਬਾਰੇ ਬੇਗਿਆਨ ਬਾਰੇ, ਇੱਕ ਤਾਂ ਗਿਆਨ ਹੁੰਦਾ ਹੈ ਨਾ, ਗਿਆਤਾ ਹੋ ਜਾਣਾ, ਬੇਗਿਆਨ ਨਾ ਗਿਆਤਾ ਹੋਣੀ, ਭਾਵ ਸਮਝ ਆ ਜਾਣੀ, ਇੱਕ ਨਾ ਸਮਝ ਆਉਣੀ। ਸਤਿਗੁਰੂ ਪਾਤਸ਼ਾਹ ਜੀ ਬੜੇ ਸੁਚੱਜੇ ਢੰਗ ਨਾਲ ਸਮਝਾਉਂਦੇ ਸਨ। ਜਿਨ੍ਹਾਂ ਨੂੰ ਨਹੀਂ ਵੀ ਸਮਝ ਆਉਂਦੀ ਸੀ ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਸਨ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਸੰਗਤਾਂ ਵਿੱਚ ਸਭਾਏਮਾਨ ਹੋ ਕੇ ਗਿਆਨ ਬਾਰੇ ਬੇਗਿਆਨ ਬਾਰੇ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ। ਦੋਹਰਾ ਦਇਆ ਸਿੰਧ ਅਤ ਭਗਤ ਗੁਰ ਬਿਨਤੀ ਅਦਬ ਸੋਕੀਨ। ਗੁਰੂ ਦੀ ਸੰਗਤ ਵਿੱਚ ਭਾਈ ਦਇਆ ਸਿੰਘ ਜੀ ਜਿਹੜਾ ਅਤੀ ਪਿਆਰ ਜਿੰਦਾ ਗੁਰੂ ਦੇ ਨਾਲ ਸੀ, ਕਿਉਂਕਿ 5 ਪਿਆਰਿਆਂ ਦੇ ਵਿੱਚ ਮੁਖੀ ਭਾਈ ਦਇਆ ਸਿੰਘ ਜੀ ਹੋਏ ਹਨ। ਤੇ ਭਾਈ ਦਇਆ ਸਿੰਘ ਜੀ ਦੇ ਨਾਲੇ ਮਸ਼ਵਰਾ ਕਰਕੇ ਅੱਗੇ ਜੋ ਵੀ ਕਾਰਜ ਆਰੰਭ ਹੁੰਦਾ ਸੀ। ਭਾਈ ਦਇਆ ਸਿੰਘ ਜੀ ਅਤ ਪ੍ਰੀਤਵਾਨ ਗੁਰਸਿੱਖ ਵਿੱਚ ਹਾਜ਼ਰ ਹੈ। ਉਹਨਾਂ ਨੂੰ ਆਉਣ ਵਾਲੇ ਸਮੇਂ 'ਤੇ ਅਨੁਭਵ ਹੋਇਆ ਤਾਂ ਉਹਨਾਂ ਨੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਅੰਤਰਜਾਮੀ ਸਤਿਗੁਰੂ ਹਿਰਦਾ ਸਿਖ ਲਖ ਲੀਨ। ਐਸੇ ਬੇਨਤੀ ਕਰ ਰਹੇ ਨੇ ਕਿ ਹੇ ਸਤਿਗੁਰੂ ਜੀ, ਤੁਸੀਂ ਤਾਂ ਅੰਤਰਜਾਮੀ ਹੋ, ਸਿੱਖ ਦੇ ਹਿਰਦੇ ਦੀ ਪਹਿਲੇ ਹੀ ਜਾਣ ਲੈਂਦੇ ਹੋ। ਸਤਿਗੁਰੂ ਤਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਭਲਿਆਂ ਦੀ ਬੁਰਿਆਂ ਦੀ ਸਭ ਜਾਣਦੇ ਹਨ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰ ਰਹੇ ਨੇ, ਮਹਾਰਾਜ ਆਪ ਜਾਣੀ ਜਾਨ ਹੋ, ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਜੀ। ਸ੍ਰੀ ਗੁਰੂ ਆਵਾਜ਼ ਚੌਪਈ। ਸਤਿਗੁਰੂ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ ਹਨ। ਉਹ ਕਵੀ ਜੀ ਨੇ ਉਹਨਾਂ ਬਚਨਾਂ ਨੂੰ ਇਸ ਗ੍ਰੰਥ ਵਿੱਚ ਅੰਕਿਤ ਕੀਤਾ ਹੈ, ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਰ ਰਹੇ ਹਨ। ਮੰਗੋ ਵਰ ਜੋ ਤੁਮ ਮਨ ਆਈ। ਸਤਿਗੁਰੂ ਜੀ ਭਾਈ ਦਇਆ ਸਿੰਘ ਜੀ ਨਾਲ ਬਚਨ ਕਰਦੇ ਨੇ, ਹੇ ਭਾਈ ਦਇਆ ਸਿੰਘ ਜੀ, ਜੋ ਤੇਰੇ ਮਨ ਵਿੱਚ ਭਾਵਨਾ ਜਾਂ ਫੁਰਨਾ ਹੋਇਆ ਹੈ, ਤੂੰ ਮੰਗ ਗੁਰੂ ਦੀ ਸੰਗਤ ਵਿੱਚ ਆਣ ਕੇ ਅਰਦਾਸ ਕਰ, ਆਪਣੇ ਫੁਰਨੇ ਨੂੰ ਰੱਖ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਗੁਰੂ ਦੇ ਅੱਗੇ ਤੂੰ ਫੁਰਨਾ ਰੱਖ, ਆਪਣੀ ਬੇਨਤੀ ਰੱਖ, ਤੇ ਗੁਰੂ ਤਾਂ ਜੋ ਵੀ ਮੰਗੇ ਸਿੱਖ ਉਹ ਵੀ ਉਹਨੂੰ ਬਖਸ਼ਿਸ਼ ਕਰਦੇ ਨੇ। ਜੋ ਤੂੰ ਮਨ ਦੀ ਭਾਵਨਾ ਹੈ, ਤੂੰ ਗੁਰੂ ਦੇ ਅੱਗੇ ਆਪਣਾ ਫੁਰਨਾ, ਆਪਣੀ ਬੇਨਤੀ ਰੱਖ। ਦੇਵੋ ਸਕਲ ਤੁਮਾਰੇ ਦਾਈ। ਗੁਰੂ ਜੀ ਜੋ ਵੀ ਮੰਗੋਗੇ ਸੋਈ ਆਪ ਜੀ ਨੂੰ ਦੇਵੇਗਾ। ਗੁਰੂ ਕੋਲ ਕੋਈ ਘਾਟ ਨਹੀਂ, ਉਹ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਸਰਵ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਨੀ ਪਾਈਏ, ਦਰਸ਼ਨ ਭੇਟ ਹੋਤ ਪਨੀਤਾ, ਦੁਖ ਗਿਆ ਹਰ ਗਾਈਏ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਜੀਵ ਪਾਵਨ ਪਵਿੱਤਰ ਹੋ ਜਾਂਦਾ ਹੈ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜੀਵ ਜਿਹੜਾ ਹੈ ਉਹ ਪਾਵਨ ਪਵਿੱਤਰ ਹੋ ਜਾਂਦਾ ਹੈ, ਤੇ ਉਹਦਾ ਜਸ ਗਾਉਣ ਦੇ ਨਾਲ ਗੁਰੂ ਦਾ ਦੁੱਖ ਚਲੇ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਭਾਈ ਦਇਆ ਸਿੰਘ ਜੀ ਨੂੰ ਇਹ ਬਚਨ ਕਹਿ ਰਹੇ ਹਨ,
देवो सकल तुम्हारे ताई, जो तू मंगेगा सो तोनू मिल जाएगा। राज भोग की चाह तुम्हारे। सतगुरु जी कहते ने हे भाई दया सिंह जी, तेरे मन विच भावना है कि मैनू दुनिया का राज मिल जाए या पदार्थ मिल जान। जो भी मन विच भावना है वो तेरी गुरु पूरी करेगा। देत नहीं तुम्हें जबन मारे। सतगुरु महाराज कहते ने हे भाई दया सिंह जी, ये तो साडे जिहड़े यतन ने उपराले ने ये पहले ही हो रहे ने। गुरसिखां नूं राज भाग के पदार्थ बेअंत ही बेअंत प्राप्त होण, ये तो पहले ही अप्राप्त साडे फुरने ने। जिनकी जात वरण कुल माही, सरदारी ना भई कदाही, तिन ही को सरदार बनाओ, तबे गोबिंद सिंह नाम कहाऊं। जिन्हां दी जात विच बरादरी दे विच किते सरदारी दा पद नहीं है, उन्हां नूं सरदारियां बख्शिश होणगीਆਂ। ये तां साडे अपराले पहले ही हन। इंद्र लोक की इच्छा धरो। इंद्र लोक की इच्छा धर लेना गुरु दा सिख, ते सतगुरु पातशाह जी उन्होंने इंद्र लोक की बख्श दिंदे ने कि सतगुरु पातशाह जी अपनी सिक्ख्या ते अपनी मर्यादा ते ऐसे खुश होंदे ने, प्रसन्न होंदे ने। महाराज कहंदे रहनी रह सोई सिख मेरा, वही मेरा सिख है जिहड़ा रहत विच मर्यादा विच चलदा है। वो मेरा साहब, मैं उसका चेरा। चेरा नाम कहंदे चेले नूं, साहब कहंदे ने गुरु नूं। वो मेरा गुरु भाव मेरा मालक है, मैं उहदा चेला हाँ जिहड़ा सिख गुरु की मर्यादा रहत विच चलदा है। रहत बिना नहीं सिख अखवावे, रहत बिना नर चोटां खावे, रहत बिना वो सिख गुरु नूं पाउंदा नहीं, ते रहत बिना वो सिख चोटां खांदा रहिंदा है। सिख दे उत्ते गुरु जी ऐसे प्रसन्न हुंदे हन, वो इंद्र लोक भी मंग लेना कि सतगुर पातशाह जी उन्होंने इंद्र लोक भी दे देंदे ने। पर सिख दा फुरना ही उरे रह जांदा है, उनका फुरना इंद्र लोक तीकर पहुँचता नहीं है। सिख दे फुरने तो उरे उरे ही रह जाते हैं, जिहड़े संसार पदार्थां विच ही रह जाते। वो सतगुर पातशाह जी बख्शिश करते हैं। जैसे भाई गोपाल दास खत्तरी घराणे दे विच जन्म है, गुरु की बाणी बड़ी शरधा भावना दे नाल पढ़दा है, ते बाणी शुद्ध पढ़दा है संथ्या लैके, एकाग्रता नाल प्रीत नाल बाणी पढ़दा है भाई गोपाल दास। भाई की डरौली सतगुरु छेवें पातशाह दरबार सजाया है। 24,000 का इकट्ठ है गुरु की हजूरी दे। ते सतगुरु पातशाह जी का फुरना गया है। आ गुरु के सिख बहुत बैठे ने, इन्हां विचों कोई ऐसा भी सिख हैगा है जिहड़ा बाणी शुद्ध पढ़दा है, प्रीत नाल पढ़दा है, ते एकाग्रता नाल पढ़दा है। ऐसा सिख कोई होएगा? विचार संगत विच चल गई, सतगुरु जी संगत विच आवाज़ देंदे ने, ऐसा सिख हैगा है
ਜਿਹੜਾ ਸਾਨੂੰ ਜਪਜੀ ਸਾਹਿਬ ਦਾ ਪਾਠ ਸ਼ੁੱਧ ਸਰਵਣ ਕਰਵਾਵੇ। ਲਾਗ ਮਾਤਰਾ ਵਿਸਰਾਮ ਸ਼ੁੱਧ ਲੱਗਣ, ਇਕਾਗਰਤਾ ਵੀ ਹੋਵੇ, ਧਿਆਨ ਵੀ ਹੋਵੇ, ਵੈਰਾਗ ਵੀ ਹੋਵੇ। ਗੁਰਬਾਣੀ ਜਪਜੀ ਸਾਹਿਬ ਦੀ ਸਾਨੂੰ ਸਰਵਣ ਕਰਵਾਵੇ। ਸਤਿਗੁਰੂ ਜੀ ਨੇ 3 ਆਵਾਜ਼ਾਂ ਦਿੱਤੀਆਂ ਨੇ। ਸਿੱਖ ਆਪਸ ਵਿੱਚ ਵਿਚਾਰਾਂ ਕਰ ਰਹੇ ਨੇ, ਵਿਸਰਾਮ ਵੀ ਰਹਿ ਜਾਂਦੇ ਨੇ, ਲਗ ਮਾਤਰ ਵੀ ਰਹਿ ਜਾਂਦੀ ਹੈ, ਆਪਣਾ ਧਿਆਨ ਵੀ ਨਹੀਂ ਲੱਗਦਾ। ਜਦੋਂ ਬਾਣੀ ਪੜ੍ਹਦੇ ਹਾਂ ਧਿਆਨ ਕਿਤੇ ਹੋਰ ਹੀ ਗਿਆ ਹੁੰਦਾ ਤੇ ਵੈਰਾਗ ਵੀ ਨਹੀਂ ਵਿੱਚ ਆਉਂਦਾ। ਜਿਹੜਾ ਵੈਰਾਗ ਹੈ ਉਹ ਉਦੋਂ ਉਤਪੰਨ ਹੁੰਦਾ ਹਿਰਦੇ ਵਿੱਚ ਜਦੋਂ ਇਕਾਗਰਤਾ ਆਉਂਦੀ ਹੈ। ਸਾਰੇ ਮਾਨਿਓ ਸੁਰਤ ਬਿਰਤ ਜਿਹੜੀ ਹੈ ਉਹ ਟਿਕ ਜਾਂਦੀ ਹੈ ਤੇ ਫਿਰ ਵੈਰਾਗ ਪੈਦਾ ਹੁੰਦਾ ਹੈ। ਜੈਸੇ ਕਲਗੀਧਰ ਪਾਤਸ਼ਾਹ ਨੇ 5 ਬਾਣੀਆਂ ਦੇ ਵਿੱਚ ਪਹਿਲੀ ਜਪ ਬਾਣੀ ਹੈ। ਜਦੋਂ ਜਪ ਸ਼ੁਰੂ ਹੋ ਜਾਂਦਾ ਹੈ, ਜਪਜੀ ਸਾਹਿਬ ਨੂੰ ਪੜ੍ਹਨ ਦੇ ਨਾਲ ਹੀ ਜਪ ਸ਼ੁਰੂ ਹੋਏਗਾ। ਜਦੋਂ ਸਿੱਖ ਜਪਜੀ ਸਾਹਿਬ ਸੁਣੇਗਾ, ਜਪਜੀ ਸਾਹਿਬ ਪੜ੍ਹੇਗਾ ਸ਼ਰਧਾ ਭਾਵਨਾ ਦੇ ਨਾਲ, ਤੇ ਜਪ ਜਿਹੜਾ ਹੈ ਨਾ ਅਚਨਚੇਤ ਹੀ ਹਿਰਦੇ ਵਿੱਚ ਚੱਲਣ ਲੱਗ ਜਾਏਗਾ। ਫਿਰ ਜਪਜੀ ਤੋਂ ਫਿਰ ਜਾਪ ਸ਼ੁਰੂ ਹੋਏਗਾ, ਜੋ ਲਗਾਤਾਰ ਜਾਪ ਸਾਹਿਬ ਦੀ ਬਾਣੀ ਹੈ। ਜਾਪ ਤੋਂ ਜਾਪ ਸ਼ੁਰੂ ਹੋ ਜਾਏਗਾ। ਜਦੋਂ ਜਾਪ ਸ਼ੁਰੂ ਹੋ ਗਿਆ ਤੇ ਫਿਰ ਵੈਰਾਗ ਤੀਸਰੀ ਬਾਣੀ ਹੈ। ਵੈਰਾਗ ਸਿੱਖ ਦੇ ਅੰਦਰ ਸ਼ੁਰੂਆਤ ਹੋ ਜਾਏਗਾ। ਜਦੋਂ ਵੈਰਾਗ ਆ ਗਿਆ ਫਿਰ ਅਰਦਾਸ ਚੌਪਈ ਸਾਹਿਬ। ਅਰਦਾਸ ਜਿਹੜੀ ਹੈ ਸਿੱਖ ਦੀ ਫਿਰ ਲਗਾਤਾਰ ਹੀ ਚੱਲੇਗੀ, ਬੰਦ ਨਹੀਂ ਹੋਏਗੀ। ਲਗਾਤਾਰ ਹੀ ਗੁਰੂ ਨਾਲ ਜੁੜਨ ਦੀ, ਪਰਮੇਸ਼ਰ ਵਿੱਚ ਜੁੜਨ ਦੀ ਅਰਦਾਸ ਜਿਹੜੀ ਹੈ ਉਹ ਆਰੰਭ ਹੋ ਜਾਏਗੀ। ਜਦੋਂ ਅਰਦਾਸ ਆਰੰਭ ਹੋ ਗਈ ਫਿਰ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਸਿੱਖ ਦੇ ਅੰਦਰ ਸਾਰੀਆਂ ਚਿੰਤਾ ਮਿਟ ਜਾਣਗੀਆਂ ਤੇ ਫਿਰ ਸਦੀਵ ਕਾਲ ਹੀ ਆਨੰਦ ਸਾਹਿਬ 5ਵੀਂ ਬਾਣੀ ਜਿਹੜੀ ਹੈ ਉਹ ਹਿਰਦੇ ਵਿੱਚ ਪ੍ਰਵੇਸ਼ ਕਰੇਗੀ। ਕਰੋ ਰਸਨਾਮ ਪਵਿੱਤਰ ਸਤਿਨਾਮ। ਆਨੰਦ ਸਾਹਿਬ ਜਦੋਂ ਆਨੰਦ ਹਿਰਦੇ ਵਿੱਚ ਸਿੱਖ ਨੂੰ ਪ੍ਰਾਪਤ ਹੋਏਗਾ, ਇਹ ਆਨੰਦ ਸੁਣਨ ਦੇ ਨਾਲ ਮਹਾਰਾਜ ਕਹਿੰਦੇ ਆਨੰਦ ਸੁਣੋ ਵੱਡ ਭਾਗੀ ਹੋ, ਵੱਡੇ ਭਾਗ ਹੋ ਜਾਣਗੇ। ਜਿਹੜੇ ਅਧੂਰੇ ਭਾਗ ਨੇ ਨਾ ਉਹ ਰਹਿ ਜਾਣਗੇ, ਵੱਡੇ ਭਾਗ ਬਣ ਜਾਣਗੇ। ਸਗਲ ਮਨੋਰਥ ਪੂਰੇ, ਮਨ ਦੇ ਜਿਹੜੇ ਵੀ ਸੰਕਲਪ ਸਿੱਖ ਗੁਰੂ ਦੇ ਅੱਗੇ ਰੱਖੇਗਾ ਉਹਦੇ ਸਾਰੇ ਮਨੋਰਥ ਪੂਰਨ ਹੋਣਗੇ। ਪਰ ਹੋਣਗੇ ਤਾਂ ਉਦੋਂ ਹੀ ਜਦੋਂ 5 ਬਾਣੀਆਂ ਨੂੰ ਸੁਣੇਗਾ, ਜਪੇਗਾ। ਹੁਣ ਤਾਂ ਜਿਹੜੇ ਸਥਾਨ ਸਿੱਖੀ ਦੇ ਕੇਂਦਰ ਬਣੇ ਨੇ, ਕਿਸੇ ਕਿਸੇ ਹੀ ਕੇਂਦਰ 'ਤੇ 5 ਬਾਣੀਆਂ ਦਾ ਪਾਠ ਹੁੰਦਾ ਹੈ। ਨਹੀਂ ਤਾਂ ਜਪਜੀ ਸਾਹਿਬ ਪੜ੍ਹੋ ਤੇ 5 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੋ। ਬਾਣੀ ਜਿਹੜੀ ਉਹ ਸਾਰੀ ਪੂਰੀ ਪੜ੍ਹੀ ਨਹੀਂ ਜਾਂਦੀ। ਸਤਿਗੁਰੂ ਪਾਤਸ਼ਾਹ ਜੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਸਨ ਕਿ ਸਾਨੂੰ ਕੋਈ ਜਪਜੀ ਸਾਹਿਬ ਗੁਰਬਾਣੀ ਸੁਣਾਵੇ ਤਾਂ 3 ਆਵਾਜ਼ਾਂ ਦਿੱਤੀਆਂ। ਤਾਂ ਸਾਰੀ ਸੰਗਤ ਦੇ ਵਿੱਚੋਂ ਭਾਈ ਗੋਪਾਲ ਦਾਸ ਜੀ ਉੱਠ ਕੇ ਆ ਗਏ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਬੇਨਤੀ ਕੀਤੀ, ਮਹਾਰਾਜ ਜੀ ਜੇ ਆਪ ਦੀ ਆਗਿਆ ਹੋਵੇ ਤਾਂ ਆਪ ਜੀ ਦੀ ਬਖਸ਼ਿਸ਼ ਦੁਆਰਾ ਹੀ ਮੈਂ ਗੁਰਬਾਣੀ ਆਪ ਜੀ ਨੂੰ ਸਰਵਣ ਕਰਵਾ ਸਕਦਾ ਹਾਂ, ਨਹੀਂ ਤਾਂ ਮੇਰੇ ਕੁਝ ਵਿੱਚ ਕੋਈ ਤਾਕਤ ਨਹੀਂ ਮੈਂ ਆਪ ਨੂੰ ਬਾਣੀ ਸ਼ੁੱਧ ਸੁਣਾ ਸਕਾਂ, ਮੇਰੇ 'ਤੇ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਾਈ ਗੋਪਾਲ ਦਾਸ ਨੇ ਚੌਂਕੜਾ ਲਾਇਆ ਤਾਂ ਅੰਤਰ ਧਿਆਨ ਹੋ ਕੇ ਵੈਰਾਗ ਦੇ ਵਿੱਚ ਬੜੇ ਪ੍ਰੀਤ ਤੇ ਪਿਆਰ ਨਾਲ ਜਪਜੀ ਸਾਹਿਬ ਇੱਕ ਓੰਕਾਰ ਤੋਂ ਆਰੰਭ ਕੀਤਾ ਹੈ। ਆਮ ਹੁਣ ਆਪਾਂ ਪਾਠ ਕਰਦੇ ਹਾਂ ਇੱਕ ਓੰਕਾਰ, ਕਿਤੇ ਆ ਗ੍ਰੰਥੀਆਂ ਤੋਂ ਪਾਠ ਸੁਣ ਕੇ ਵੇਖਿਆ ਜੀ ਕਿ ਜਿਨ੍ਹਾਂ ਦੇ ਅੰਦਰ ਵਿਚਾਰ ਨਹੀਂ। ਇੱਕ ਓੰਕਾਰ ਏਕਮਕਾਰ ਪਾਠ ਹੈ, ਇੱਕ
ओंकार। पहले एक कहना है, एक ओंकार, परमात्मा एक है, ओंकार सब दे विच व्यापक है। आम पाठ आपां सुणीदा गुर प्रसाद कह जाते हैं, ये पाठ गुर प्रसाद है। साध संगत जप आदि इकट्ठा कर जाते हैं। गुर प्रसाद ते विश्राम है जप, जप तो फिर आद सच, जुगाद सच, है भी सच, नानक नानक ते रुकना है, ओसी भी सच। ते पाठ आपां की करते नानक ओसी ही सच कह देने, वो पाठ तां भी जिहड़ा है गलत हो जाता है। सो साध संगत इस तरह भाई गोपाल दास ने शुद्ध पाठ जदों गुरु जी नूं सुणाउणा आरंभ किया ते बड़ा आनंद आया। गुरु साहब जी नूं संगत ने बड़े प्यार नाल सुनिया ते सतगुरु पातशाह जी दा ध्यान किया कि इह सिख नूं मैं गुरबाणी दी भेटा की करां। तां ध्यान विच संसार दी सारे पदार्थ लिआंदे, कहन लगे तां सारे पदार्थ अधूरे दे नाल नहीं दे बनवाए। इह सिख नूं मैं गुरु नानक दी गद्दी दे देवां ते सिख दा सेवक बन के मैं इहदी सेवा करां। सतगुरु पातशाह जी सराणे तो चल के पैंदियां वाले थां ते आ गए ते जदों सलोक शुरू होया ना, सलोक पवन गुरु पानी पिता माता धरत महत दिवस रात दाई दा खेले सगल जगत। आम आपां जगाती पाठ पढ़ जाते, खेले सगल जगत। साध संगत जदों ये सलोक आरंभ होया तो सिख दे अंदर फुरना आ गया कि सतगुरु जी बड़े प्रसन्न होए ने, तो बख्शिश करन जिंदे ते आप सवारी करते ने वो घोड़ा इनू बख्शिश कर दें, मैं उस घोड़े ते चढ़ा। भोग पै गया, सतगुरु जी फिर अपने आसन ते आ गए तो सिखां नूं महाराज ने हुक्म किया कि साडे वाला घोड़ा जिहड़ा है ना, जिवें सानूं शंगार के चढ़ाउंदे उस तरह लैओ तो ये सिख नूं घोड़े दे उत्ते चढ़ाओ। फिर संगतां ने बेनती की कि महाराज तुसी पाठ सुनते सुनते पैंदियां ते आ गए, फिर सराणे ते चल गए कि कारण? महाराज कहंदे असी संसार दे सारे पदार्थ ध्यान विच लिआंदे, वो सारे उरे सन ते असीं इहनूं गुरु नानक दी गद्दी दा वारस बनाउण लगे सां ते असीं इहदे सेवक बन के इहदी सेवा करनी सी। ये गुरबाणी दा सत्कार है साध संगत। इस तरह जिहड़ी गुरु दी बाणी है साध संगत, इहदी भेटा कोई दे नहीं सकदा। इहदा सत्कार जिन्ना भी वध तो वध कर ले उन्ना ही थोड़ा है। कि महाराज कहंदे ने जिन गुरबाणी अदब न धारा सो सिख नहीं हमारा। जिहड़ा सिख गुरबाणी का सत्कार नहीं करता, गुरबाणी का अदब नहीं करता, महाराज कहंदे वो मेरा सिख नहीं है। तो जदों सिख जिहड़ा है गुरबाणी पढ़दा है, गुरु की सिक्ख्या विच चलदा है कि सतगुर पातशाह उहदे ते बख्शां करदे, जो मंगे इंद्र लोक मंग लै ते वो भी दे दिंदा है। सिख दे फुरने उरे रह जाते हैं।